मजदूर संघर्ष कमेटी जोन फिरोजपुर के सारे आगू साहबान जोन प्रधान सकत्तर और अपना सरदार सतनाम सिंह और कई आगू पहुंचे ने जो अज असी इत्थे एसडीएम दफ्तर पहुंचे हाँ। साडी जिहड़ी मेन इत्थे मंग सी कि जिहड़े जो सहकारी बैंक ते अपना लैंडमार्क बैंक वालों किसानों को पिंडां जाके बहुत तंग परेशान किया जाता है। इस तो नौबत है कि जाके 5-7 गड्डियां जाके दबाव पाया जा रहा है कि तुसीं कर्जे तारो नहीं तुहानूं जेल੍ਹਾਂ दिता जाएगा। उस संबंध च अज असीं इत्थे अफसर साहबानां नूं मिले हाँ, ARO साहब नूं मिले हाँ ते उन्हां नाल जो गल कीती है कि जां तां भाई ये तुसीं कंमां तो हट जाओ नहीं तो असीं तुहाडा जदों पिंडां जाओगे घेरा पा के तुहानूं उत्थे असीं नहीं उठण देवांगे जिन्ना चਿਰ तुसीं कि लिख के दोगे ना भी तो पिंडां 'ਚ नहीं जांदे। इस करके अज असीं इत्थे इकट्ठे होए हाँ। इन्हां सारे अफसर साहबानां नाल गल कीती है, उन्हां ने विश्वास दवाया कि असीं पिंडां 'ਚ नहीं जांदे ना किसी नूं तंग परेशान करांगे। तो बड़ी वधिया साडी गलबात होई है। तो जिन्ने भी किसान भरा ने जिन्हां ने कोई लैन देन बैंक नाल हैगे जे तां कोई कर सकदा तां कर लवे नहीं तो भाई आपदे पक्के प्रबंध रखो। ये ना होवे कि तुहानूं 5-7 गड्डियां मुलाजम चुक के थे अंदर दे देन। सरकार तो सख्त हुक्म कर दिते ने इस करके सारे पक्के हत्थी होए भाई। सो सारे अपने आगू साहब पहुंचे ने ਤਾਂ किसान मजदूर संघर्ष कमेटी ने जो अपनी बनदी कार्रवाई कर दी है। जिन्ने साडे आगू साहबान आए ने तो सारे तहे दिलों धन्नवाद है। किसान मजदूर संघर्ष कमेटी जिंदाबाद। मैं सूबा प्रैस सकत्तर क्रांतिकारी किसान यूनियन पंजाब। अवतार जी ਜਿਹੜੇ ਬੈਂਕਾਂ ਵੱਲੋਂ ਵਾਰੰਟ ਜਾਰੀ ਕੀਤੇ ਗਏ ਆ ਕਿਸਾਨਾਂ ਦੇ ਨਾਮ ਕਿਵੇਂ ਦੇਖਦੇ ਹੋ ਕੀ ਆ? ਵੇਖੋ ਜੀ ਅਸੀਂ ਅੱਜ ਇਸ ਲਈ ਸਪੈਸ਼ਲ ਜ਼ਿਲ੍ਹੇ ਦੀ ਮੀਟਿੰਗ ਸੱਦੀ ਜਥੇਬੰਦੀ। ਸਾਨੂੰ ਬਹੁਤ ਸਾਰੇ ਫੋਨ ਆਏ ਨੇ, ਮੈਸੇਜ ਵੀ ਆਏ ਨੇ ਕਿ ਕਿਸਾਨਾਂ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਉਹ ਨੋਟਿਸ 'ਚ ਜਿਵੇਂ ਕੁਝ ਨੋਟਿਸ ਜਿਹੜੇ ਚੈੱਕ ਲਾਏ ਹੋਏ ਨੇ ਜਿਹੜਾ ਆਪਾਂ ਇਹਦੇ ਖਿਲਾਫ ਲੜਦੇ ਵੀ ਰਹੇ ਹਾਂ ਪਿਛਲੀਆਂ ਸਰਕਾਰਾਂ ਵੇਲੇ ਵੀ, ਕਿਉਂਕਿ ਪਿਛਲੀ ਸਰਕਾਰ ਨੇ ਜਿੱਥੇ ਵਾਅਦਾ ਕੀਤਾ ਸੀ ਕਰਜ਼ ਮਾਫੀ ਦਾ, ਜਿਹੜੀ ਸਰਕਾਰ ਹੁਣ ਬਣੀ ਆ ਇਹਨਾਂ ਨੇ ਵੀ ਉਸ ਵਾਰੀ ਮੈਨੀਫੈਸਟੋ ਇਸ ਵਾਰ ਤਾਂ ਨਹੀਂ ਪਿਛਲੀ ਵਾਰੀ ਮੈਨੀਫੈਸਟੋ ਲਿਆਂਦਾ ਸੀ ਵੀ ਅਸੀਂ ਵੀ ਸਿਸਟਮੈਟਿਕ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ 'ਤੇ ਜਿਹੜਾ ਚੜਿਆ ਕਰਜ਼ਾ ਉਹਨੂੰ ਖਤਮ ਕਰਾਂਗੇ। ਤਾਂ ਉਹ ਕਰਜ਼ ਮਾਫੀ ਦੀ ਝਾਕ ਦੇ ਵਿੱਚ 5 ਸਾਲ ਲੰਘ ਗਏ, ਕਿਸਾਨ ਜਿਹੜੇ ਹੋਰ ਡਿਫਾਲਟਰ ਹੋ ਗਏ। ਤਾਂ ਉਹ ਜਿਹੜੇ ਬੈਂਕਾਂ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੋਇਆ ਸੀ, ਇੱਕ ਜ਼ਮੀਨ ਵੀ ਪਲੱਜ ਕਰਾਈ ਸੀ, ਨਾਲ ਚੈੱਕ ਵੀ ਲੈ ਕੇ ਰੱਖੇ ਹੋਏ ਸੀ ਜਿਹਦੇ ਖਿਲਾਫ ਆਪਾਂ ਲੜਦੇ ਵੀ ਰਹੇ ਪਿਛਲੀ ਸਰਕਾਰ ਵੇਲੇ। ਤਾਂ ਕੁਛ ਕਿਸਾਨਾਂ ਦਾ ਚੈੱਕ ਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ। ਚੈੱਕ ਲਾਉਣ ਤੋਂ ਬਾਅਦ ਚੈੱਕ ਜ਼ਾਹਰ ਜੀ ਗੱਲ ਹੈ ਚੈੱਕ ਬਾਉਂਸ ਹੁੰਦੇ, ਤੇ ਚੈੱਕ ਬਾਉਂਸ ਹੋਣ ਤੋਂ ਬਾਅਦ ਧਾਰਾ 138 ਦੇ ਸਿੱਧੇ ਜਿਹੜੇ ਗ੍ਰਿਫਤਾਰੀ ਵਾਰੰਟ ਜਿਹੜੇ ਆ ਰਹੇ ਆ। ਕੁਛ ਸਿੱਧੇ ਕਿਸਾਨਾਂ ਨੂੰ ਵਾਰੰਟ ਨੇ ਕਿ ਤੁਸੀਂ ਇੰਨੀ ਤਰੀਕ ਨੂੰ ਜਾਂ ਤਾਂ ਪੈਸੇ ਭਰੋ ਜਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਾਂ ਫਿਰ ਇਹ ਆ ਕਿ ਤੁਹਾਡੀ ਜਿਹੜੀ ਜ਼ਮੀਨ ਉਹ ਕੁਰਕ ਕਰ ਦਿੱਤੀ ਜਾਊਗੀ, ਨਿਲਾਮ ਕਰ ਦਿੱਤੀ ਜਾਊਗੀ। ਸੋ ਇਸ ਤਰ੍ਹਾਂ ਦੇ ਜਿਹੜੇ ਵੋਟਾਂ ਤੱਕ ਕਿਸੇ ਨੇ ਨਹੀਂ ਪੁੱਛਿਆ, ਸਾਰੇ ਨੇ। ਹੁਣ ਜਦੋਂ ਵੋਟਾਂ ਲੰਘ ਗਈਆਂ ਨੇ 5 ਸਾਲ, ਪਤਾ ਕਿ ਕਿਸੇ ਨੂੰ ਲੋੜ ਨਹੀਂ ਹੈ ਵੋਟਾਂ ਦੀ, ਕੋਈ ਲੋਕਾਂ 'ਚ ਜਾਣ ਦੀ ਲੋੜ ਨਹੀਂ ਹੈ, ਤਾਂ ਸਰਕਾਰ ਵੱਲੋਂ ਕਹਿ ਸਕਦੇ ਹਾਂ ਜਾਂ ਜਿਹੜੀਆਂ ਬੈਂਕਾਂ ਉਹਨਾਂ ਵੱਲੋਂ ਧੜਾ ਜਿਹੜੇ ਕਿਸਾਨਾਂ ਉੱਪਰ ਕੇਸ ਲਾਉਣੇ ਸ਼ੁਰੂ ਕਰ ਦਿੱਤੇ ਗਏ। ਇਹ ਜਿਹੜੇ ਵਾਰੰਟ ਜਾਰੀ ਕੀਤੇ ਗਏ ਆ ਫਿਰੋਜ਼ਪੁਰ ਵਿੱਚ ਕਿੰਨੇ ਕਿਸਾਨਾਂ ਦੇ? ਦੇਖੋ ਜੀ ਅੱਜ ਅਸੀਂ ਮੀਟਿੰਗ ਸੱਦੀ ਹੈ, ਅਜੇ ਸ਼ੁਰੂ ਹੋਈ ਹੈ ਮੀਟਿੰਗ। ਅਸੀਂ ਸਾਰੀ ਜਾਣਕਾਰੀ ਲਵਾਂਗੇ, ਆਉਣ ਵਾਲੇ ਦਿਨਾਂ 'ਚ ਵੀ ਜਾਣਕਾਰੀ ਲਵਾਂਗੇ, ਔਰ ਟੋਟਲ ਜੋ ਫਿਰੋਜ਼ਪੁਰ ਦਾ ਡਾਟਾ ਹੋਊਗਾ ਜਿੰਨੇ ਕਿਸਾਨਾਂ ਦੇ ਹੋਊਗੇ ਉਹ ਸਾਰੇ ਅਸੀਂ ਮੀਡੀਆ ਸਾਹਮਣੇ ਪੇਸ਼ ਕਰਾਂਗੇ ਜੀ। ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਕਿਸਾਨ ਨੂੰ ਝਾੜ ਨੂੰ ਲੈ ਕੇ ਕਾਫੀ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ। ਝਾੜ ਦੀ ਜਿਹੜੀ ਵੱਡੀ ਮਾਰ ਹੈ ਉਹ ਇਸ ਵਾਰ ਕਿਸਾਨਾਂ ਨੂੰ ਪਈ ਹੈ, ਤੇ ਦੂਸਰੇ ਪਾਸੇ ਅਜਿਹੇ ਮਾਮਲੇ ਜਿਹੜੇ ਲਾ ਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਵੇਂ ਦੇ ਰਹੇ ਹੋ ਕੇਂਦਰ ਸਰਕਾਰ ਦੇ, ਪੰਜਾਬ ਸਰਕਾਰ ਦੇ? ਦੇਖੋ ਜੀ ਇਹ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਦੋਵਾਂ ਹੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਆਪਣੇ ਲੋਕਾਂ ਨੂੰ ਸਹੂਲਤਾਂ ਦੇਣੀਆਂ। ਤਾਂ ਕੁਦਰਤੀ ਆਫਤਾਂ ਵੇਲੇ ਵੀ ਹੁੰਦਾ, ਇਸ ਵਾਰੀ ਬਹੁਤ ਸਾਰੀ ਕਣਕ ਨੂੰ ਅੱਗ ਵੀ ਲੱਗੀ ਹੈ। ਸਾਡੀ ਪਿਛਲੇ ਦਿਨੀ CM ਪੰਜਾਬ ਦੇ ਨਾਲ ਮੀਟਿੰਗ ਹੋਈ ਆ, ਉਹਦੇ 'ਚ ਅਸੀਂ ਇਹ ਗੱਲ ਰੱਖੀ ਕਿ ਇਸ ਵਾਰੀ ਕਣਕ ਦਾ ਜਿਹੜਾ ਝਾੜ ਹੈ 15 ਤੋਂ 20 ਮਣ ਘਟਿਆ, ਕਈਆਂ ਦਾ 30 ਮਣ 32 ਮਣ ਤੱਕ ਰਹਿ ਗਿਆ ਝਾੜ, ਜਿਹੜਾ 50-55 ਮਣ ਤੱਕ ਹੁੰਦਾ ਸੀ। ਸੋ ਇਸ ਹਿਸਾਬ ਨਾਲ ਜਿਹੜੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਇਆ ਬੋਨਸ ਦਿੱਤਾ ਜਾਵੇ। ਉੱਥੇ ਸਰਕਾਰ ਨੇ ਮੰਨੀ ਜ਼ਰੂਰ ਪਿਆ ਸੀ ਹਾਂ ਬੋਨਸ ਦਿਆਂਗੇ, ਪਰ ਕਿੰਨਾ ਦੇ ਰਹੇ, ਕਦੋਂ ਦੇ ਰਹੇ, ਇਹ ਉਹਨਾਂ ਨੇ ਕਿਹਾ ਵੀ ਹਾਲੇ ਅਸੀਂ ਅਨਾਊਂਸ ਨਹੀਂ ਕਰਦੇ, ਆਉਣ ਵਾਲੇ ਦਿਨਾਂ 'ਚ ਕਰਾਂਗੇ। ਸਾਡੀ ਸਰਕਾਰ ਤੋਂ ਡਿਮਾਂਡ ਵੀ ਹੈ ਵੀ ਕਿਸਾਨਾਂ ਨੂੰ ਜਿੱਥੇ, ਕਿਉਂਕਿ ਜਿਹੜਾ ਕਿਸਾਨ ਡਿਫਾਲਟ ਹੋਏ ਨੇ ਉਹ ਜਿਹੜਾ ਕਰਜ਼ਾ ਵੀ ਚੜਿਆ ਉਹ ਸਰਕਾਰ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ ਚੜਿਆ। ਤੇ ਇਹ ਜਿਹੜੀ ਤਤਕਾਲੀਨ ਹੁਣ ਸਰਕਾਰ ਬਣੀ, ਇਹ ਤੋਂ ਜਸਟ ਪਹਿਲਾਂ ਦੀ ਸਰਕਾਰ ਸੀਗੀ, ਉਹਨੇ ਵੀ ਔਰ ਇਸ ਪਾਰਟੀ ਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਕਰਜ਼ ਦੀ ਮਾਫੀ ਕਰਾਂਗੇ। ਔਰ ਸਰਕਾਰ ਦੇ ਇਸ ਪਾਲਿਸੀ 'ਤੇ ਗਲਤ ਜਾਂ ਸਹੀ ਤਰੀਕੇ ਨਾਲ ਡੀਲ ਨਾ ਜਾਂ ਕਿਸਾਨਾਂ ਨੂੰ ਧੋਖੇ 'ਚ ਰੱਖਣ ਕਰਕੇ ਕਿਸਾਨ ਡਿਫਾਲਟਰ ਹੋਏ ਨੇ। ਕਿਸਾਨਾਂ ਦਾ ਦੋਸ਼ ਕੋਈ ਨਹੀਂ, ਇਹਦੇ ਉੱਤੇ ਜੇਕਰ ਕੋਈ ਵੀ ਸਰਕਾਰ ਰੋਕ ਨਹੀਂ ਲਾਉਂਦੀ ਅਦਾਲਤਾਂ ਔਰ ਬੈਂਕਾਂ 'ਤੇ, ਤਾਂ ਸਾਡੀ ਜ਼ਾਹਰ ਜੀ ਮੰਗ ਹੈ, ਸਾਨੂੰ ਇਹ 'ਤੇ ਲੜਨਾ ਪਊਗਾ। ਅਸੀਂ ਇਹਦੇ ਖਿਲਾਫ ਲੜਾਂਗੇ, ਕਿਸਾਨਾਂ ਨੂੰ ਜਥੇਬੰਦ ਕਰਾਂਗੇ। ਅਸੀਂ ਇੱਕ ਵੀ ਜ਼ਿਲ੍ਹੇ ਅੰਦਰ ਕਿਸਾਨ ਨਾ ਤਾਂ ਜੇਲ੍ਹ ਜਾਣ ਦਿਆਂਗੇ ਤੇ ਨਾ ਫਾਇਲ ਲੱਗਣ ਦੇਵਾਂਗੇ। ਅਸੀਂ ਉਹਨਾਂ ਨੂੰ ਪ੍ਰੇਰਾਂਗੇ ਕਿ ਕਰਜ਼ੇ ਕਾਰਨ ਖੁਦਕੁਸ਼ੀਆਂ ਨਾ ਕਰੋ, ਸੰਘਰਸ਼ਾਂ ਦਾ ਰਾਹ ਅਪਣਾਓ, ਔਰ ਅਸੀਂ ਇਹਦੇ ਖਿਲਾਫ ਲੜਾਂਗੇ ਜੀ। ਅਗਰ ਇਹ ਵਾਰੰਟ ਰੱਦ ਨਹੀਂ ਹੁੰਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੀ ਰਣਨੀਤੀ? ਦੇਖੋ ਜੀ ਅੱਜ ਸਾਡੀ ਜ਼ਿਲ੍ਹੇ ਦੀ ਮੀਟਿੰਗ ਹੈ, ਅਸੀਂ ਸਾਰਾ ਡਾਟਾ ਇਕੱਠਾ ਕਰ ਰਹੇ ਹਾਂ, ਅਸੀਂ ਸੂਬੇ ਦੀ ਮੀਟਿੰਗ ਕਰਾਂਗੇ, ਔਰ ਨਾਲ ਜਿਹੜੀਆਂ ਸਾਡੀਆਂ ਸੰਯੁਕਤ ਕਿਸਾਨ ਮੋਰਚਾ
ਜਿਹੜਾ ਇੱਕ ਆਪਣਾ ਦੇਸ਼ ਪੱਧਰਾ ਫਰੰਟ ਔਰ ਉਹਦੇ 'ਚ ਪੰਜਾਬ ਦੀਆਂ ਜਥੇਬੰਦੀਆਂ ਨੇ, ਜਿਹਦੇ 'ਚ ਸਰਕਾਰ ਨੇ ਵੀ ਸਾਨੂੰ ਪਿਛਲੇ ਦਿਨੀ ਮੀਟਿੰਗ ਕਿਹਾ ਸੀ ਕਿ 8-10 ਦਿਨਾਂ ਦੇ ਵਿੱਚ ਅਸੀਂ ਦੁਬਾਰਾ ਮੀਟਿੰਗ ਸੱਦ ਕੇ ਸਾਰੇ ਜਿਹੜੇ ਅਸੀਂ ਇੱਕ 41-42 ਸੂਤਰੀ ਮੰਗ ਪੱਤਰ ਸਰਕਾਰ ਨੂੰ ਦਿੱਤਾ, ਜਿਹਦੇ 'ਚ ਕਰਜ਼ੇ ਦਾ ਇਸ਼ੂ ਹੈ, MSP ਦਾ ਇਸ਼ੂ ਹੈ, ਡਾਇਵਰਸੀਫਿਕੇਸ਼ਨ ਦਾ ਇਸ਼ੂ ਆ, ਸਾਰੇ ਹਰ ਤਰ੍ਹਾਂ ਦੇ ਜਿਹੜੇ ਇਸ਼ੂ ਨੇ। ਤਾਂ ਉਹਦੇ 'ਤੇ ਸਰਕਾਰ ਨੇ ਕਿਹਾ ਸੀ ਅਸੀਂ 1 ਹਫ਼ਤੇ ਬਾਅਦ ਤੁਹਾਡੇ ਨਾਲ ਦੁਬਾਰਾ ਚਰਚਾ ਕਰਾਂਗੇ ਔਰ ਅਸੀਂ ਉਸ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਵਾਂਗੇ। ਫਿਰ ਵੀ ਜੇਕਰ ਇਹ ਸਰਕਾਰ ਇਹਨਾਂ ਵਧੀਕੀਆਂ ਨੂੰ ਬੰਦ ਨਹੀਂ ਕਰਾਉਂਦੀ ਤਾਂ ਫਿਰ ਸਾਡੇ ਕੋਲ ਇੱਕੋ ਹੀ ਰਾਹ, ਜਿਸ ਸਰਕਾਰ ਖਿਲਾਫ ਸੰਘਰਸ਼ ਕਰਾਂਗੇ। ਸਰਜੀਤ ਕੁਮਾਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਸਕੱਤਰ। ਪ੍ਰਧਾਨ ਜੀ, ਜਿਹੜਾ ਬੈਂਕਾਂ ਵੱਲੋਂ ਵਾਰੰਟ ਜਾਰੀ ਕੀਤੇ ਜਾ ਰਹੇ ਆ, ਕਿਵੇਂ ਦੇਖਦੇ ਹੋ ਇਸ? ਇਹ ਜਿਹੜੇ ਬੈਂਕਾਂ ਵੱਲੋਂ ਵਾਰੰਟ ਹੁਣ ਜਾਰੀ ਕੀਤੇ ਜਾ ਰਹੇ ਨੇ, ਅਸੀਂ ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਸਟੇਜ ਤੋਂ ਨਕਸ਼ਾ ਦੱਸਦੇ ਸਾਂ ਵੀ ਹੁਣ ਇਹਨਾਂ ਨੂੰ ਵੋਟਾਂ ਦੀ ਲੋੜ ਏ। ਹੁਣ ਇਹਨਾਂ ਨੇ ਸਾਰਾ ਜਿਹੜਾ ਸਾਡਾ ਗਰੀਬ ਵਰਗ ਲੋਕ ਨੇ ਜਾਂ ਜਿਹੜੇ ਸਾਡੇ ਕਿਸਾਨ ਨੇ, ਇਹਨਾਂ ਨੂੰ ਭਰਮਾਇਆ ਹੋਇਆ। ਜਿਸ ਦਿਨ ਇਲੈਕਸ਼ਨ ਜਿਹੜਾ ਹੈ, ਕੋਈ ਵੀ ਸਰਕਾਰ ਆਉਂਦੀ ਹੈ, ਪਹਿਲ ਦੇ ਆਧਾਰ ਤੇ ਇਹਨਾਂ ਨੇ ਮੁੱਦੇ ਉਠਾਉਣੇ ਨੇ, ਸਾਨੂੰ ਫੜ ਕੇ ਅੰਦਰ ਕਰਨਾ ਸਾਡੇ ਕਿਸਾਨਾਂ ਨੂੰ। ਅਸੀਂ ਉਦੋਂ ਦਾ ਹੀ ਵਿਰੋਧ ਕਰਨੇ ਪਏ ਹਾਂ। ਪਰ ਇਹ ਵੱਖਰੀ ਗੱਲ ਹੈ ਵੀ ਸਾਡੇ ਜਿਹੜੇ ਆਪਦੇ, ਅਸੀਂ ਤਾਂ ਪਰਿਵਾਰ ਹੀ ਆਖਾਂਗੇ, ਜਿਹੜੇ ਸਾਡੀ ਕਿਸਾਨ ਸਾਥੀ ਨੇ ਉਹ ਗੁੰਮਰਾਹ ਹੋ ਕੇ ਇਹਨਾਂ ਦੇ ਵਿੱਚ ਚਲੇ ਗਏ, ਉਹਨਾਂ ਸਾਡੀ ਗੱਲ ਨੂੰ ਪੱਲੇ ਨਹੀਂ ਬੱਧਾ। ਤੇ ਹੁਣ ਜਿਹੜਾ ਜਥੇਬੰਦੀਆਂ ਨੇ ਜਿਹੜੀਆਂ ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ, ਅਸੀਂ ਉਹਦੇ ਤੇ ਆਪਦਾ ਜਿਹੜਾ ਸਾਡੀ ਸਟੇਟ ਦੀ ਮੀਟਿੰਗ ਵੀ ਹੋ ਰਹੀ ਹੈ, ਬਾਕੀ ਜਥੇਬੰਦੀਆਂ ਨਾਲ ਵੀ ਅਸੀਂ ਆਪਦੀ ਗੱਲ ਕਰਕੇ ਤੇ ਅਸੀਂ ਆਪਦਾ ਨਿਰਣਾ ਅੱਜ ਲਾਂਗੇ। ਇਹਦੇ ਤੇ ਅਸੀਂ ਜੋ ਵੀ ਐਕਸ਼ਨ, ਅਸੀਂ ਵਿਰੋਧ ਤੇ ਹੀ ਹਾਂ, ਅਸੀਂ ਰੋਕਾਂਗੇ ਉਹਨਾਂ ਨੂੰ। ਅਸੀਂ ਆਪਦਾ ਕੋਈ ਵੀ ਕਿਸਾਨ ਹੈ ਜਿਹੜਾ ਉਹ ਅੰਦਰ ਨਹੀਂ ਜਾਣ ਦੇਵਾਂਗੇ ਤੇ ਨਾ ਹੀ ਅਸੀਂ ਜਿਹੜਾ ਇਹਨਾਂ ਨੂੰ ਉਹਦੇ ਤੇ ਤਸ਼ੱਦਦ ਕਰਨ ਦੇਵਾਂਗੇ। ਅਗਰ ਇਹ ਵਾਰੰਟ ਰੱਦ ਨਹੀਂ ਹੁੰਦੇ ਤਾਂ ਕੀ ਰਣਨੀਤੀ ਬਣਾਈ? ਰਣਨੀਤੀ ਇਹ ਨਾ ਵੀ ਪਹਿਲਾਂ ਅਸੀਂ ਜ਼ਿਲ੍ਹਾ ਪੱਧਰ ਤੇ DC ਸਾਹਿਬ ਨਾਲ ਇਹਦੇ ਤੇ ਗੱਲਬਾਤ ਕਰਾਂਗੇ। ਉਸ ਤੋਂ ਅੱਗੇ ਜੇ ਨਹੀਂ ਹੁੰਦੇ ਤੇ ਫਿਰ ਅਸੀਂ ਇਹਨੂੰ ਸੂਬੇ ਪੱਧਰ ਦਾ ਬਣਾ ਕੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਸਰਕਾਰ ਦੇ ਨਾਲ ਜਿਹੜਾ ਲੋਹਾ ਲਵਾਂਗੇ। ਅੱਗੋਂ ਜੋ ਵੀ ਨਿਬੜਦਾ ਅਸੀਂ ਆਪਦਾ ਇਕੱਠ ਜਿਹੜਾ ਪੂਰੀ ਆਪਦੀ ਤਾਕਤ ਲਾ ਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਨੂੰ ਪਿਛਾ ਮੋੜੀਏ। ਗੁਰਸੇਵਕ ਸਿੰਘ, ਖਵਾਜਾ ਖੜਕ, ਬਲਾਕ ਮੁਦਕੀ ਪ੍ਰਧਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ ਜਿਹੜੇ ਬੈਂਕਾਂ ਵੱਲੋਂ ਵਾਰੰਟ ਜਾਰੀ ਕੀਤੇ ਗਏ ਆ? ਬੈਂਕਾਂ ਵੱਲੋਂ ਜਿਹੜਾ ਜੀ ਨਵੀਂ ਤਾਜ਼ੀ ਖਬਰ ਆ, ਮਤਲਬ ਅੱਜ ਅਸੀਂ ਅਖਬਾਰ ਦੇ ਵਿੱਚ ਵੀ ਵੇਖਿਆ ਕਿ ਜਿਹੜਾ ਇਹ ਬਹੁਤ ਮੰਦਭਾਗਾ ਹੈ ਕਿਸਾਨ ਵਾਸਤੇ, ਕਿਉਂਕਿ ਕਿਸਾਨ ਜਿਹੜਾ ਐਤਕੀ ਐਡਾ ਪੀੜਤ ਹੋਇਆ ਹੈ ਕਣਕ ਦੇ ਝਾੜ ਦੇ ਨਾਲ। ਕਣਕ ਦਾ ਝਾੜ 20 ਤੋਂ 25 ਮਣ ਕਿੱਲੇ ਦਾ ਘਟਿਆ। ਕੋਈ ਭਾਵੇਂ ਕਿੰਨਾ ਵੀ ਕਹੀ ਜਾਵੇ, ਪਰ ਔਸਤ 50% ਦੀ ਆ ਗਈ ਹੈ ਵੀ 50% ਝਾੜ ਘਟ ਗਿਆ ਜੀ। ਮੰਡੀਆਂ 'ਚੋਂ ਪਤਾ ਲੱਗੀ ਜਾਂਦਾ। ਉਹ ਤੇ ਮਾਰ ਰਹਿੰਦਿਆਂ ਖੁੰਦਿਆਂ ਜਿਹੜੀ ਹੁਣ ਸਰਕਾਰ ਹੈ, ਜਿਨ੍ਹਾਂ ਤੇ ਆਪਾਂ ਨੂੰ ਆਸਾਂ ਬਹੁਤ ਹੁੰਦੀਆਂ ਵੀ ਸਰਕਾਰ ਕਿਸਾਨਾਂ ਦੀ ਬਾਂਹ ਫੜੂਗੀ, ਕਿਸਾਨ ਨੂੰ ਕਰਜ਼ੇ 'ਚੋਂ ਬਾਹਰ ਕੱਢੂਗੀ, ਤੇ ਕਿਸਾਨ ਨੂੰ ਕਰਜ਼ੇ 'ਚੋਂ ਬਾਹਰ ਕੱਢਣ ਦੀ ਬਜਾਏ ਆ ਨਵਾਂ ਜਿਹੜਾ ਫਰਮਾਨ ਜਾਰੀ ਕੀਤਾ, ਇਹਦਾ ਅਸੀਂ ਪੁਰਜ਼ੋਰ ਜਿਹੜੀ ਨਿੰਦਾ ਕਰਦੇ ਹਾਂ। ਤੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਅਸੀਂ ਅਜੇ ਏਜੰਡਾ ਲਾਉਣਾ ਸੀ, ਤੁਸੀਂ ਥੋੜ੍ਹਾ ਜਿਹਾ ਐਡਵਾਂਸ ਆ ਗਏ ਆ। ਜੇ ਏਜੰਡਾ ਲੱਗਿਆ ਹੁੰਦਾ ਤੇ ਇਹਦੀ ਰੂਪ ਰੇਖਾ ਜਿਹੜੀ ਹੋਰ ਤਿਆਰ ਕਰਕੇ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਘਰਸ਼ ਸਾਨੂੰ ਕਰਨਾ ਪਊਗਾ, ਕੋਈ ਸੜਕਾਂ ਜਾਮ ਕਰਨੀਆਂ ਪੈਣ, ਕੋਈ ਬੈਂਕਾਂ ਘੇਰਨੀਆਂ ਪੈਣ, ਅਸੀਂ ਪਹਿਲਾਂ ਕਿਸਾਨਾਂ ਨੂੰ ਅਵੇਅਰਨੈਸ ਕਰਾਂਗੇ, ਕਿਸਾਨਾਂ ਨੂੰ ਦੱਸਾਂਗੇ ਜਾ ਕੇ ਵੀ ਆਹ ਜਿਹੜਾ ਤੁਹਾਡੇ ਤੇ ਸਰਕਾਰ ਨੇ ਨਵਾਂ ਜਿਹੜਾ ਤੋਹਫਾ ਦਿੱਤਾ ਹੈ। ਇੱਕ ਪਾਸੇ ਤਾਂ ਰੱਬ ਕਰੋਪ ਹੋਇਆ, ਕੁਦਰਤ ਕਰੋਪ ਹੋਈ ਹੈ, ਦੂਜੇ ਪਾਸੇ ਜਿਹੜੀ ਸਰਕਾਰ ਕਰੋਪ ਹੋ ਕੇ ਤੇ ਜਿਹੜਾ ਆਪਦਾ ਜਿਹੜਾ ਆ ਪੱਲਾ ਛਡਾਉਣ ਦੀ ਖਾਤਰ, ਕਿਉਂਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਉਲਝਾਇਆ ਜਾਵੇ। ਜਿਵੇਂ ਕਿ ਅਸੀਂ ਮੰਗ ਕਰਦੇ ਸੀ ਵੀ ਸਾਨੂੰ MSP ਦੇ ਜਿਹੜਾ ਮੰਗ ਹੈ ਉਹ ਸਾਡੀ ਮੰਨੀ ਜਾਵੇ, 30 ਫਸਲਾਂ ਤੇ ਸਾਡੀ ਗਰੰਟੀ ਦਿੱਤੀ ਜਾਵੇ, ਕਿਉਂਕਿ ਅਸੀਂ ਜਿਹੜਾ ਬਦਲ ਚਾਹੁੰਦੇ ਹਾਂ ਝੋਨੇ ਕਣਕ ਦਾ ਜਾਂ ਬਾਸਪਤੀ ਦਾ, ਉਹ ਤੋਂ ਅਸੀਂ ਬਦਲ ਚੋਂ ਨਿਕਲ ਕੇ ਹੋਰ ਜਿਹੜੀਆਂ ਫਸਲਾਂ ਬੀਜੀਏ। ਉਹ ਜਿਹੜਾ ਸਾਡਾ ਟਾਰਗੇਟ ਬਣਿਆ ਹੋਇਆ ਸੀ, ਜਿਹੜੀ ਆਉਣ ਵਾਲੀ ਫਸਲ ਤਿਆਰ ਕਰਨ ਦੇ ਵੱਲ ਜਾ ਰਹੇ ਸੀ, ਉਹਦੇ ਵਿੱਚ ਕਰੋੜਾ ਬਣਨ ਦੀ ਖਾਤਰ ਇਹਨਾਂ ਜਿਹੜੇ ਵਾਰੰਟ ਜਾਰੀ ਕੀਤੇ ਕਿਸਾਨਾਂ ਦੇ, ਵੀ ਕਿਸਾਨਾਂ ਨੂੰ ਇੱਥੇ ਉਲਝਾ ਕੇ ਰੱਖਿਆ ਜਾਵੇ। ਜਿਸ ਤਰ੍ਹਾਂ ਕਿਸਾਨ ਅੱਗੇ ਤੰਗੀਆਂ ਤੁਰਸ਼ੀਆਂ ਦੇ ਨਾਲ ਵੀ ਆਪਦਾ ਟਾਈਮ ਗੁਜ਼ਾਰਦੇ ਆ, ਉਸੇ ਤਰ੍ਹਾਂ ਹੀ ਹੁਣ ਇਹਨਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ। ਇੱਕ ਤਾਂ ਇਹ ਗੱਲ ਇਹਨਾਂ ਨੇ ਇਸ ਕਰਕੇ ਸੋਚ ਕੇ ਰੱਖੀ ਹੈ ਵੀ ਕਿਸਾਨ ਪਹਿਲਾਂ ਵੀ ਤੰਗ ਹੈ, ਇਹਨਾਂ ਨੂੰ ਹੋਰ ਮਤਲਬ ਤੰਗ ਕਰਕੇ ਖੁਦਕਸ਼ੀਆਂ ਵੱਲ ਧੱਕਿਆ ਜਾਵੇ। ਪਰ ਸਾਡੀ ਜਥੇਬੰਦੀ ਵੱਲੋਂ ਅਸੀਂ ਹਰ ਇੱਕ ਘਰ ਤੱਕ ਪਹੁੰਚ ਕਰਕੇ ਕਿਸਾਨਾਂ ਨੂੰ ਪ੍ਰੇਰਿਤ ਕਰਾਂਗੇ ਵੀ ਖੁਦਕਸ਼ੀਆਂ ਕੋਈ ਰਾਹ ਨਹੀਂ ਗਾ। ਇੱਕ ਸੰਘਰਸ਼ ਹੈ ਜਿਹੜਾ ਉਹ ਕਿਸਾਨੀ ਦਾ ਜਿਹੜਾ ਰਾਹ ਹੈ, ਇਹੀ ਕਿਸਾਨੀ ਨੂੰ ਬਚਾ ਸਕਦਾ। ਇਹੀ ਜਿਵੇਂ ਆਪਾਂ ਪਿੱਛੇ ਲੰਮਾ ਘੋਲ ਆਪਾਂ ਉਧਰ ਨਹੀਂ ਜਾਣਾ ਚਾਹੁੰਦੇ, ਕਿਉਂਕਿ ਵੀਡੀਓ ਲੰਮੀ ਹੁੰਦੀ ਹੈ, ਕਿਉਂਕਿ ਆਪਾਂ ਨੇੜੇ ਦਾ ਜਿਹੜਾ ਮਤਲਬ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਛੇਤੀ ਤੋਂ ਛੇਤੀ ਤੈਅ ਕਰਕੇ
ਜਿਹੜਾ ਪਰਸੋਂ ਦਾ ਸਾਡਾ ਜਿਹੜਾ ਦਿੱਲੀ ਵਾਲਾ ਪ੍ਰੋਗਰਾਮ ਸਾਡਾ ਸੰਯੁਕਤ ਮੋਰਚੇ ਵੱਲ ਆਇਆ ਸੀ, ਉਹਦੀ ਤਿਆਰੀ ਵਜੋਂ ਅਸੀਂ ਮਤਲਬ ਜਿਹੜਾ ਅੱਜ ਮੀਟਿੰਗ ਰੱਖੀ ਸੀ, ਤੇ ਮੀਟਿੰਗ ਦੇ ਵਿੱਚ ਇਹ ਏਜੰਡੇ ਸਾਰੇ ਵਿਚਾਰੇ ਜਾਣੇ ਆ ਵੀ ਇਹਨਾਂ ਖਾਤਰ ਕਿਸ ਤਰ੍ਹਾਂ ਲੜਨਾ ਹੈ, ਚਿੱਕਾਂ ਖਾਤਰ ਕਿਸ ਤਰ੍ਹਾਂ ਲੜਨਾ ਹੈ, ਕਿਸਾਨਾਂ ਦੀ ਕੁਰਕੀ ਖਾਤਰ ਕਿਸ ਤਰ੍ਹਾਂ ਲੜਨਾ ਹੈ। ਤੇ ਸਰਕਾਰ ਜਿਹੜੀ ਹੈ ਉਹ ਜਿਹੜਾ ਥੁੱਕ ਕੇ ਹਰ ਵਾਰੀ ਚੱਟਦੀ ਹੈ, ਇਹ ਕਿਸੇ ਨੂੰ ਭੁਲੇਖਾ ਨਹੀਂ, ਬਾਰ-ਬਾਰ ਇੱਥੇ ਦੱਸਣ ਦੀ ਸਟੇਜਾਂ ਤੇ ਲੋੜ ਨਹੀਂ, ਪਰ ਇਹ ਸਭ ਨੂੰ ਪਤਾ ਵੀ ਸਰਕਾਰ ਕਿੰਨਾ ਕੁ ਧੋਖਾ ਹਰ ਇੱਕ ਵਰਗ ਦੇ ਨਾਲ ਜਿੱਥੋਂ ਤੀਕ ਉਹਨਾਂ ਦੀ ਪਹੁੰਚ ਪੈਂਦੀ ਉਹਨਾਂ ਕਰਕੇ ਹੀ ਸਾਹ ਲੈਂਦੀ ਹੈ। ਵੀ ਲੋਕਾਂ ਨੂੰ ਘਰੇ ਮਤਲਬ ਬੈਠਣ ਦੀ ਨਾ ਕੋਈ ਸਹੂਲਤ ਦਿੱਤੀ ਜਾਵੇ, ਨਾ ਇਹਨਾਂ ਨੂੰ ਪੜ੍ਹਾਈ ਦਿੱਤੀ ਜਾਵੇ, ਨਾ ਇਹਨਾਂ ਨੂੰ ਕੋਈ ਆਪਣੀ ਸਿਹਤ ਸਹੂਲਤ ਦਿੱਤੀ ਜਾਵੇ, ਤੇ ਇਹਨਾਂ ਨੂੰ ਉਲਝਾ ਕੇ ਇਹਦੇ ਸੜਕਾਂ ਦੇ ਉੱਤੇ ਰੱਖਿਆ ਜਾਵੇ। ਦੇਖੋ, ਸਾਡਾ ਡਿਪਾਰਟਮੈਂਟ ਸਹਿਕਾਰਤਾ ਵਿਭਾਗ ਹੈ, ਜਿਹਦੇ ਵਿੱਚ ਦੋ ਤਰ੍ਹਾਂ ਦੇ ਅਸੀਂ ਲੋਨ ਦਿੰਦੇ ਹਾਂ। ਇੱਕ ਜਿਹੜਾ ਸਾਡੀਆਂ ਸੁਸਾਇਟੀਆਂ ਨੇ ਉਹ ਸ਼ਾਰਟ ਟਰਮ ਲੋਨ ਦਿੰਦੀਆਂ ਨੇ ਮੈਂਬਰਾਂ ਨੂੰ ਫਸਲੀ ਕਰਜ਼ੇ ਵਾਸਤੇ। ਉਹਦੇ ਵਿੱਚ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਕਿਸੇ ਵੀ ਕਿਸਾਨ ਦਾ ਕੋਈ ਵੀ ਵਾਰੰਟ ਜਾਰੀ ਨਹੀਂ ਕੀਤਾ ਗਿਆ। ਜਿਹੜੇ ਵਾਰੰਟ ਜਾਰੀ ਹੋਏ ਆ ਉਹ ਸਾਡਾ ਜਿਹੜਾ PADB ਪ੍ਰਾਇਮਰੀ ਐਗਰੀਕਲਚਰ ਡਿਵੈਲਪਮੈਂਟ ਬੈਂਕ, ਜਿਹਨੂੰ ਅਸੀਂ ਲੈਂਡਮਾਰਕਸ ਬੈਂਕ ਕਿਸਾਨ ਕਹਿ ਦਿੰਦੇ ਆ, ਉਹਨਾਂ ਵੱਲੋਂ ਜਿਹੜਾ ਕਰਜ਼ਾ ਮੀਡੀਅਮ ਟਰਮ ਦਾ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਹਾਊਸ ਲੋਨ ਜਿਹੜਾ ਹੈਗਾ ਰੂਰਲ ਹਾਊਸ ਲੋਨ ਦਿੰਦੇ ਜਿਹੜੇ ਉਹ 15 ਸਾਲ ਦਾ ਹੁੰਦਾ। ਬਾਕੀ ਜਿਹੜੇ ਕਰਜ਼ੇ ਉਹ 7 ਤੋਂ 9 ਸਾਲ ਦੇ ਵਿੱਚ ਦਿੱਤੇ ਜਾਂਦੇ, ਜਿਹਦੀ ਕਿਸਾਨ 6 ਮਹੀਨਿਆਂ ਬਾਅਦ ਜਿਹੜੀ ਆਪਣੀ ਕਿਸ਼ਤ ਅਦਾ ਕਰਦਾ। ਜੇ ਅਸੀਂ ਲਾਈਏ, ਅਸੀਂ ਜਿਹੜੀਆਂ ਸੁਸਾਇਟੀਆਂ ਨੂੰ ਜਿਹੜਾ ਅਸੀਂ ਸਾਡੇ ਡਿਫਾਲਟਰ ਹੋ ਗਏ, ਜਿਹੜੇ ਮੈਂਬਰਾਂ ਨੂੰ ਕਰਜ਼ਾ ਦਿੱਤਾ ਸੀ, ਉਹ ਸਾਡੇ ਡਿਫਾਲਟਰ 17,531 ਮੈਂਬਰ ਸਾਡੇ ਇਸ ਵਕਤ ਡਿਫਾਲਟਰ ਨੇ 31 ਮਾਰਚ ਦੇ, ਜਿਨ੍ਹਾਂ ਦੇ ਜੁਮੇ ਰਕਮ ਲੱਗਦੀ 139 ਕਰੋੜ 49,63,000 ਰੁਪਈਆ ਲੱਗਦੀ ਹੈ। ਉਹਨਾਂ ਦਾ ਅਸੀਂ ਕਿਸੇ ਦਾ ਕੋਈ ਵਾਰੰਟ ਨਹੀਂ ਜਾਰੀ ਕੀਤਾ। ਜਿਹੜਾ ਸਾਡਾ ਲੈਂਡਮਾਰਕ ਬੈਂਕ ਦੇ ਡਿਫਾਲਟਰ ਨੇ ਉਹ ਹੈ 31 ਮਾਰਚ ਨੂੰ 4710 ਡਿਫਾਲਟਰ ਨੇ, ਜਿਨ੍ਹਾਂ ਦੇ ਜੁਮੇ 205 ਕਰੋੜ 76,20,000 ਰੁਪਈਆ ਲੱਗਦਾ। ਉਹਦੇ ਵਿੱਚੋਂ ਟੋਟਲ ਜਿਹੜੇ ਸਾਡੇ 3 ਬੈਂਕ ਨੇ ਜ਼ਿਲ੍ਹੇ ਦੇ, ਫਿਰੋਜ਼ਪੁਰ, ਗੁਰੂ ਸਾਹਿਬ ਤੇ ਜੀਰਾ, ਉਹਦੇ ਜਿਹੜੇ 930 ਡਿਫਾਲਟਰ ਨੇ, ਬਹੁਤ ਪੁਰਾਣੇ ਨੇ ਡਿਫਾਲਟਰ, ਉਹਨਾਂ ਦੇ ਜਿਹੜੇ ਵਾਰੰਟ ਜਾਰੀ ਹੋਏ ਆ ਉਹ 34 ਕਰੋੜ 36,13,000 ਦੇ ਜਾਰੀ ਹੋਏ ਆ। ਜਿਹਦੇ ਵਿੱਚ ਕਿਉਂਕਿ ਵਾਰੰਟ ਦੇਖੋ, ਜਦੋਂ ਆਪਾਂ ਮੈਂਬਰ ਨੂੰ ਜਾਰੀ ਹੁੰਦਾ ਕਰਜ਼ਾ, ਜੇ ਉਹ ਨਹੀਂ ਤਾਰਦਾ ਟਾਈਮਲੀ, ਉਹਦੇ ਤੋਂ ਜਿਹੜਾ ਮਹਿਕਮਾ ਹੈ ਉਹਦਾ ਸਾਲਸੀ ਕੇਸ ਤਿਆਰ ਕਰਕੇ ਉਹਦਾ ਫੈਸਲਾ ਹੁੰਦਾ, ਮੈਂਬਰ ਨੂੰ ਨੋਟਿਸ ਜਾਂਦਾ ਹੈ, ਉਹ ਹਾਜ਼ਰ ਆ ਕੇ ਦੱਸਦਾ ਵੀ ਮੈਂ ਹਾਂ ਇੰਨੇ ਪੈਸੇ ਦੇਣੇ ਆ, ਉਹਦੇ ਖਿਲਾਫ ਫੈਸਲਾ ਹੋ ਜਾਂਦਾ। ਫਿਰ ਬੈਂਕ ਫਿਰ ਨੋਟਿਸ ਭੇਜਦਾ, ਫਿਰ ਡਿਪਾਰਟਮੈਂਟ ਬੈਂਕ ਨੋਟਿਸ ਭੇਜਦਾ ਕਿ ਤੁਹਾਡੇ ਜੁਮੇ ਆ ਕਰਜ਼ਾ ਹੈ। ਉਸ ਤੋਂ ਬਾਅਦ ਅਸੀਂ ਰੇਟ ਆਫ ਡਿਮਾਂਡ DC ਸਾਹਿਬ ਤੋਂ ਪ੍ਰਵਾਨਗੀ ਲੈ ਕੇ ਉਹਦਾ ਵਾਰੰਟ ਜਾਰੀ ਹੋਣਾ ਹੁੰਦਾ। ਉਸ ਤੋਂ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਫਿਰ ਮਹਿਕਮਾ ਉਹਨੂੰ ਨੋਟਿਸ ਭੇਜਦਾ ਮੈਂਬਰ ਨੂੰ ਕਿ ਤੇਰੇ ਜੁਮੇ ਆ ਕਰਜ਼ਾ ਹੈਗਾ, ਤੁਸੀਂ ਸਾਨੂੰ ਸਾਡਾ ਕਰਜ਼ਾ ਦਿਓ। ਜਦੋਂ ਨਹੀਂ ਆਉਂਦਾ ਤਾਂ ਫਿਰ ਵਾਰੰਟ ਜਾਰੀ ਕੀਤਾ ਜਾਂਦਾ। ਜਿਹੜੇ ਵਾਰੰਟ ਨੇ ਇਹ ਕਿਸੇ ਵੀ ਫਸਲੀ ਕਰਜ਼ੇ ਦੇ ਵਿੱਚ ਕਿਸੇ ਵੀ ਕਿਸਾਨ ਦੇ ਨਹੀਂ ਜਾਰੀ ਕੀਤੇ ਗਏ। ਇਹ ਲੈਂਡਮਾਰਕ ਬੈਂਕ ਦੇ ਵਿੱਚ ਜਿਨ੍ਹਾਂ ਨੇ ਹਾਊਸ ਲੋਨ ਵਾਸਤੇ ਲਿਆ ਹੋਇਆ ਹੈ, ਕਿਸੇ ਨੇ ਕੈਟਲ ਸ਼ੈੱਡ ਵਾਸਤੇ ਲਿਆ ਹੋਇਆ, ਕਿਸੇ ਨੇ ਪਿਗਰੀ ਫਿਸ਼ਰੀ ਜਾਂ ਕਿਸੇ ਵੀ ਹੋਰ ਸਕੀਮਾਂ ਵਾਸਤੇ ਲਿਆ ਹੈ, ਇਹ ਉਹਨਾਂ ਦੇ ਵਾਰੰਟ ਜਾਰੀ ਕੀਤੇ ਗਏ। ਕਿਸੇ ਵੀ ਜਿਹੜਾ ਕਿਸਾਨ ਦਾ ਫਸਲੀ ਕਰਜ਼ੇ ਦਾ ਕੋਈ ਵਾਰੰਟ ਨਹੀਂ ਜਾਰੀ ਕੀਤਾ। ਸਰ, ਦੇਖਿਆ ਜਾਵੇ ਤਾਂ ਵਾਰੰਟ ਜਿਹੜਾ ਜਾਰੀ ਹੋਇਆ ਸੀ, ਕਿਸਾਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ ਬੀਤੇ ਦਿਨ। ਹਾਂ, ਬੀਤੇ ਦਿਨੀ ਸਾਡੇ ਕੋਲੇ ਨਹੀਂ ਲੈ ਕੇ ਆਏ ਬੈਂਕ ਵਾਲਿਆਂ ਨੇ ਕਿਸਾਨ। ਅਸੀਂ ਵੀ ਤੁਹਾਡੇ ਮਾਧਿਅਮ ਰਾਹੀਂ ਸਾਨੂੰ ਪਤਾ ਲੱਗਾ ਸੀਗਾ ਕਿ ਜਿਹੜਾ ਇੱਕ ਕਿਸਾਨ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਪਰ ਕਿਸਾਨ ਯੂਨੀਅਨ ਵੱਲੋਂ ਬੈਂਕ ਦੇ ਜਿਹੜੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਉਹਨੂੰ ਰਿਲੀਜ਼ ਕਰਾਇਆ ਗਿਆ, ਕੋਈ ਵਾਅਦਾ ਲੈ ਕੇ ਕਿ ਉਹ ਇਸ ਤਰ੍ਹਾਂ ਜਦੋਂ ਉਹਦੀ ਫਸਲ ਦਾ ਜਦੋਂ ਹਿਸਾਬ ਹੋ ਜਾਊਗਾ ਉਹ ਆਪਣੀ ਫੀਸ ਜਿਹੜੀ ਬਣਦੀ ਰਕਮ ਹੈ ਉਹ ਅਦਾ ਕਰ ਦੂਗਾ। ਤਾਂ ਇਸ ਬੇਸ 'ਤੇ ਆਇਆ ਸੀ, ਡਿਪਾਰਟਮੈਂਟ ਕੋਲੇ ਨਹੀਂ ਕਿਸੇ ਵੀ ਤਰ੍ਹਾਂ ਦਾ ਆਇਆ ਸੀ, ਕਿਉਂਕਿ ਬੈਂਕ ਦੇ ਵਿੱਚ ਆਇਆ ਸੀ। ਬੈਂਕ ਦੇ ਵਿੱਚੋਂ ਹੀ ਕਿਸਾਨ ਯੂਨੀਅਨ ਨੇ ਆਪਦੇ ਲੈਵਲ 'ਤੇ ਉਹਨਾਂ ਦਾ ਕਰਕੇ ਗੱਲਬਾਤ ਉਹ ਵਾਪਸ ਲੈ ਗਏ ਬੈਂਕ ਨੂੰ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਗ੍ਰਿਫਤਾਰੀ ਕਿਸਾਨ ਦੀ ਹੋਈ ਹੋਵੇ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਪਿੱਪਲ ਸਿੰਘ ਹੈ, ਮੈਂ ਸੀਨੀਅਰ ਅਸਿਸਟੈਂਟ ਬਤੌਰ ਕੰਮ ਕਰ ਰਿਹਾ ਇੱਥੇ ਡਿਪਟੀ ਰਜਿਸਟਰਾਰ ਦਫ਼ਤਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ। ਜਿਹੜਾ ਵਾ ਇੱਥੇ ਆਏ ਆ, ਉੱਥੇ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ, ਜਿਹੜੇ ਕਿ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਆ ਕਿ ਜਿਹੜੇ ਬੈਂਕ ਨੇ ਉਹ ਬੈਂਕ ਜਿਹੜੇ ਆ ਉਹ ਆਪਦੇ 3 ਤੋਂ 4 ਜਿਹੜੇ ਆ ਉਹਨਾਂ ਨੇ ਅਫਸਰ ਜਿਹੜੇ ਪਿੰਡਾਂ ਦੇ ਵਿੱਚ ਭੇਜ ਕੇ ਕਿਸਾਨਾਂ ਦੇ ਕੋਲੋਂ ਰਿਕਵਰੀ ਕਰਵਾਉਣ ਵਾਸਤੇ ਉਹਨਾਂ ਦੇ ਜਿਹੜੇ ਆ ਸੰਮਣ ਭੇਜੇ ਜਾ ਰਹੇ ਆ ਕਿਸਾਨਾਂ ਨੂੰ। ਤੇ ਪਰ ਅਜੇ ਤੱਕ ਜਿਹੜੇ ਕਿਸਾਨਾਂ ਦੇ ਕੋਈ ਵੀ ਜਿਹੜਾ ਹਿਸਾਬ ਕਿਤਾਬ ਫਸਲਾਂ ਦਾ ਜਿਹੜਾ ਅਜੇ ਤੱਕ ਨਹੀਂ ਹੋਇਆ। ਕਿਸਾਨਾਂ ਦੀ ਜਿਹੜੀ ਫਸਲ ਉਹ ਮੰਡੀਆਂ ਦੇ ਵਿੱਚ ਪਈ ਹੋਈ ਆ, ਤੇ ਉੱਪਰੋਂ ਜਿਹੜਾ ਆ ਕਿਸਾਨ ਇੱਕ ਤਾਂ ਕੁਦਰਤੀ ਜਿਹੜੀ ਆ ਮਾਰ ਪਈ ਆ ਕਿਸਾਨ ਦੇ ਉੱਪਰ, ਜਿਹੜੀ ਫਸਲ ਆ ਉਹ ਘੱਟ ਨਿਕਲੀ ਏ, ਉਸ ਦੇ ਕਰਕੇ ਉੱਪਰੋਂ ਜਿਹੜੇ ਆ ਬੈਂਕ ਮੁਲਾਜ਼ਮ ਨੇ ਉਹ ਕਿਸਾਨਾਂ ਦੇ ਘਰ ਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਅਗਰ ਜੇਕਰ ਜਿਹੜੇ ਬੈਂਕ ਅਧਿਕਾਰੀ ਨੇ ਜੇ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਜਾਣਗੇ ਤਾਂ ਜਿਹੜੇ ਕਿਸਾਨ ਆ ਉਹ ਪਹਿਲਾਂ ਹੀ ਕਰਜ਼ੇ ਦੇ ਵਿੱਚ ਦੱਬੇ ਕੁਚਲੇ ਕਿਸਾਨ ਨੇ, ਉਹਨਾਂ ਨੂੰ ਜਿਹੜਾ ਪੂਰਾ ਸਮਰਥਨ ਮੁੱਲ ਨਹੀਂ ਮਿਲਦਾ। ਇਸ ਕਰਕੇ ਜਿਹੜੇ ਕਿਸਾਨ ਉਹ ਜਿਹੜੇ ਕਿਸਾਨ ਕਰਜ਼ਾ
ਕਰਜ਼ੇ ਦੀ ਭਰਪਾਈ ਕਰਨ ਵਾਸਤੇ ਚੰਗੀ ਤਰ੍ਹਾਂ ਤਿਆਰ ਨਹੀਂ ਹੈਗੇ, ਉਹਨਾਂ ਦੇ ਜਿੰਨਾ ਚਿਰ ਹਿਸਾਬ ਆੜ੍ਹਤੀਏ ਦੇ ਨਾਲ ਹਿਸਾਬ ਕਿਤਾਬ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਕੋਈ ਵੀ ਬੈਂਕ ਅਧਿਕਾਰੀ ਜਿਹੜਾ ਕਿਸਾਨਾਂ ਦੇ ਘਰੇ ਕਰਜ਼ਾ ਲੈਣ ਵਾਸਤੇ ਨਾ ਜਾਵੇ। ਜੇ ਕੋਈ ਕਿਸਾਨਾਂ ਦੇ ਘਰੇ ਬੈਂਕ ਅਧਿਕਾਰੀ ਗਿਆ ਕਰਜ਼ਾ ਵਸੂਲਣ ਵਾਸਤੇ ਤਾਂ ਉੱਥੇ ਜਿਹੜਾ ਕਿਸਾਨ ਉਹਨਾਂ ਦਾ ਘਿਰਾਓ ਕਰਨਗੇ। ਇਹ ਅਸੀਂ ਜਿਹੜਾ ਵਾ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੀ। ਕੀ ਨਾਮ ਹੈ ਤੁਹਾਡਾ? ਖਲਾਰਾ ਸਿੰਘ ਪੰਨੂ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫਿਰੋਜ਼ਪੁਰ ਜੀ।